ਵੱਡੀ ਖਬਰ ਦੇ ਨਾਲ ਵਿੱਕੀ ਮਿੱਡੂਖੇੜਾ ਕਤਲ ਕੇਸ ਦੇ ਵਿੱਚ ਚਾਰਜਸ਼ੀਟ ਦਾਇਰ ਹੋ ਗਈ ਹੈ। ਐਸਆਈਟੀ ਨੇ ਮੋਹਾਲੀ ਕੋਰਟ ਦੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਗੈਂਗਸਟਰ ਭੂਪੀ ਰਾਣਾ ਸਣੇ 6 ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਸ਼ਾਰਪ ਸ਼ੂਟਰ ਅਨਿਲ ਲੱਠ, ਸਾਜਨ ਅਜੇ ਦਾ ਨਾਮ ਹੈ। ਇਸ ਤੋਂ ਇਲਾਵਾ ਗੈਂਗਸਟਰ ਭੂਪੀ ਰਾਣਾ, ਕੌਸ਼ਲ ਚੌਧਰੀ ਤੇ ਅਮਿਤ ਡਾਗਰ ਦਾ ਨਾਮ ਇਸ ਚਾਰਜਸ਼ੀਟ 'ਚ ਸ਼ਾਮਲ ਹੈ। 7 ਅਗਸਤ 2021 ਨੂੰ ਮਿੱਡੂਖੇੜਾ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ। ਮੋਹਾਲੀ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਕਤਲ ਕੀਤਾ ਗਿਆ ਸੀ 7 ਅਗਸਤ 2021 ਨੂੰ ਤੇ ਇਸ ਮਾਮਲੇ ਦੇ ਵਿੱਚ ਹੁਣ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਗੈਂਗਸਟਰ ਭੂਪੀ ਰਾਣਾ ਸਣੇ 6 ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਹਨਾਂ ਦੇ ਨਾਮ ਨੇ ਸ਼ਾਰਪ ਸ਼ੂਟਰ ਅਨਿਲ ਲੱਠ, ਸਾਜਨ ਅਜੇ ਦਾ ਨਾਮ ਹੈ। ਇਸ ਤੋਂ ਇਲਾਵਾ ਗੈਂਗਸਟਰ ਭੂਪੀ ਰਾਣਾ, ਕੌਸ਼ਲ ਚੌਧਰੀ ਤੇ ਅਮਿਤ ਡਾਗਰ ਦਾ ਨਾਮ ਇਸ 'ਚ ਸ਼ਾਮਲ ਹੈ। 7 ਅਗਸਤ 2021 ਨੂੰ ਮਿੱਡੂਖੇੜਾ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਦਿਨੇ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੂਥ ਅਕਾਲੀ ਦਲ ਦਾ ਆਗੂ ਸੀ ਵਿੱਕੀ ਮਿੱਡੂਖੇੜਾ, ਜਿਸ ਦਾ ਕਤਲ ਕੀਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਐਸਆਈਟੀ ਨੇ ਮੋਹਾਲੀ ਕੋਰਟ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਗੈਂਗਸਟਰ ਭੂਪੀ ਰਾਣਾ ਸਣੇ 6 ਦਾ ਨਾਮ ਸ਼ਾਮਲ ਹੈ। ਵਿੱਕੀ ਮਿੱਡੂਖੇੜਾ ਕਤਲ ਕੇਸ ਦੇ ਵਿੱਚ ਚਾਰਜਸ਼ੀਟ ਦਾਇਰ ਹੋ ਗਈ ਹੈ। ਐਸਆਈਟੀ ਨੇ ਮੋਹਾਲੀ ਕੋਰਟ 'ਚ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਦੇ ਵਿੱਚ ਗੈਂਗਸਟਰ ਭੂਪੀ ਰਾਣਾ ਸਣੇ 6 ਦੇ ਨਾਮ ਨੇ। ਸ਼ਾਰਪ ਸ਼ੂਟਰ ਅਨਿਲ ਲੱਠ, ਸਾਜਨ ਅਜੇ, ਗੈਂਗਸਟਰ ਭੂਪੀ ਰਾਣਾ, ਕੌਸ਼ਲ ਚੌਧਰੀ ਤੇ ਅਮਿਤ ਡਾਗਰ ਦੇ ਨਾਮ ਇਸ ਚਾਰਜਸ਼ੀਟ ਦੇ ਵਿੱਚ ਸ਼ਾਮਲ ਨੇ। 7 ਅਗਸਤ 2021 ਨੂੰ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ। ਮਨੋਜ, ਕੀ ਕੁਝ ਜਾਣਕਾਰੀ ਤੁਹਾਡੇ ਕੋਲ? देखो आज ਦੀ ਦੇ ਵਿੱਚ 7 ਅਗਸਤ ਜਿਹੜਾ 2021 ਨੂੰ ਮਰਡਰ ਹੋਇਆ ਸੀਗਾ ਵਿੱਕੀ ਮਿੱਡੂਖੇੜਾ ਦਾ। ਸੈਕਟਰ 70 ਉਹਦੇ ਘਰ ਦੇ ਬਿਲਕੁਲ ਨੇੜੇ ਹੀ ਉਹਦੀ ਗੋਲੀਆਂ ਮਾਰ ਕੇ ਉਹਦਾ ਮਰਡਰ ਕਰਤਾ ਸੀ ਤੇ ਇਹਦੇ ਵਿੱਚ ਪੁਲਿਸ ਨੇ 3 ਬੰਦੇ ਵੀ ਫੜੇ ਸੀਗੇ, ਜਿਹੜੇ 3 ਸ਼ਾਰਪ ਸ਼ੂਟਰ ਅਮਿਤ ਲੱਠ, ਸਾਜਨ ਤੇ ਭੋਲੂ। ਤੇ ਹੁਣ ਪੁਲਿਸ ਨੇ ਕੱਲ ਇਹ ਚਾਰਜਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਹੈ ਕੋਰਟ 'ਚ 6 ਲੋਕਾਂ ਦੇ ਖਿਲਾਫ। 6 ਜਿਹੜੇ ਕੌਣ ਨੇ, ਇੱਕ ਤਾਂ ਜਿਹੜੇ 3 ਸ਼ਾਰਪ ਸ਼ੂਟਰਸ ਨੇ, ਸਾਜਨ ਲੱਠ, ਅਜੇ, ਭੋਲੂ ਤੇ ਹੋਰ ਬਾਕੀ 3 ਜਿਹੜੇ ਗੈਂਗਸਟਰ ਨੇ, ਜਿਹਦੇ ਵਿੱਚ ਭੂਪੀ ਰਾਣਾ ਹੈਗਾ, ਕੌਸ਼ਲ ਚੌਧਰੀ ਹੈ, ਅਮਿਤ ਡਾਗਰ ਹੈ। ਇਹ ਤਿੰਨੋਂ ਜਿਹੜੇ ਹੈਗੇ ਉਹ ਗੈਂਗਸਟਰ ਨੇ, ਯਾਨੀ ਕਿ ਇਹ ਜਿਹੜੇ ਇਹਨਾਂ ਦਾ ਵੀ ਜਿਹੜਾ ਹੈਗਾ ਉਹ ਸ਼ੱਕ ਜਤਾਇਆ ਸੀਗਾ ਤੇ ਇਹਨਾਂ ਨੂੰ ਪੁੱਛਗਿੱਛ ਵਾਸਤੇ ਵੀ ਇੱਥੇ ਲਾ ਕੇ ਪੁੱਛਗਿੱਛ ਹੋਈ ਹੈ। ਤੇ ਹੁਣ ਚਾਰਜਸ਼ੀਟ ਜਿਹੜੀ ਦਾਖਲ ਕੀਤੀ ਹੈ 6 ਲੋਕਾਂ ਦੇ ਖਿਲਾਫ, ਇਹ ਬੜੀ ਕਾਫੀ ਜਿਹੜੀ ਹੈਗੀ ਇਹਦੇ ਵਿੱਚ ਵੀ ਕਾਫੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਭੂਪੀ ਰਾਣਾ, ਅਮਿਤ ਡਾਗਰ ਤੇ ਕੌਸ਼ਲ ਚੌਧਰੀ ਇਹਨਾਂ ਦਾ ਵੀ ਜਿਹੜਾ ਹੈ ਨਾ ਇਹਦੇ ਵਿੱਚ ਸ਼ਾਮਿਲ ਕੀਤਾ ਹੋਇਆ। ਤੇ ਹੁਣ ਹਾਲਾਂਕਿ ਅੱਗੇ ਹੁਣ ਸਾਰਾ ਜਿਹੜਾ ਹੈਗਾ ਕੋਰਟ ਦਾ ਪ੍ਰੋਸੈਸ ਜਿਹੜਾ ਹੁੰਦਾ ਉਹ ਚੱਲੂਗਾ, ਲੇਕਿਨ ਇਹਦੇ ਵਿੱਚ 6 ਲੋਕਾਂ ਦੇ ਖਿਲਾਫ ਇਹ ਚਾਰਜਸ਼ੀਟ ਜਿਹੜੀ ਹੈ ਉਹ ਦਾਖਲ ਹੋਈ ਹੈ। ਕਿਉਂਕਿ ਇਹਦੇ ਵਿੱਚ ਇੱਕ ਹੋਰ ਨਾਂ ਸਾਹਮਣੇ ਆਇਆ ਸੀਗਾ, ਜਿਹੜੀ ਪੁੱਛਗਿੱਛ ਹੋਈ ਸੀ, ਜਿਹੜੇ ਸ਼ੂਟਰ ਫੜੇ ਗਏ ਸੀਗੇ, ਦਿੱਲੀ ਪੁਲਿਸ ਨੇ ਫੜੇ ਗਏ ਸੀ। ਇਹਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਵੀ ਸਾਹਮਣੇ ਆਇਆ ਸੀਗਾ। ਹਾਲਾਂਕਿ ਸ਼ਗਨਪ੍ਰੀਤ ਹਜੇ ਤੱਕ ਫਰਾਰ ਚੱਲ ਰਿਹਾ, ਜਿਹੜਾ ਦੱਸਿਆ ਜਾ ਰਿਹਾ ਸੀਗਾ ਸਿੱਧੂ ਮੂਸੇਵਾਲੇ ਦਾ ਮੈਨੇਜਰ ਦੱਸਦੇ ਸੀਗੇ। ਹਾਲਾਂਕਿ ਉਹਦਾ ਵੀ ਇਨਵੋਲਵਮੈਂਟ ਸਾਹਮਣੇ ਆਈ ਸੀ, ਜਿਹੜੀ ਪੁੱਛਗਿੱਛ ਸਾਹਮਣੇ ਆਈ ਸੀ ਉਹਦੇ ਵਿੱਚ ਵੀ ਹੁਣ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ, ਲੇਕਿਨ ਹਜੇ ਤੱਕ ਉਹਦੀ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ। ਇੱਕ ਹੋਰ ਨਾਂ ਸਾਹਮਣੇ ਆਇਆ ਸੀਗਾ ਲੱਕੀ ਪਟਿਆਲ ਦਾ, ਜਿਹੜਾ ਬਾਹਰ ਤੋਂ ਬੈਠ ਕੇ ਸਾਰਾ ਨੈਕਸਸ ਚਲਾ ਰਿਹਾ। ਹਾਲਾਂਕਿ ਪੁਲਿਸ ਉਹਦੇ ਵਿੱਚ ਵੀ ਸਾਰੀ ਕੰਮ ਕਰ ਰਹੀ ਹੈ, ਲੇਕਿਨ ਹਜੇ ਮੈਂ ਕਹਿ ਸਕਦੇ ਕਿ ਜਿਹੜੀ ਦਿੱਲੀ ਪੁਲਿਸ ਨੇ 3 ਬੰਦੇ ਗ੍ਰਿਫਤਾਰ ਕੀਤੇ ਸੀਗੇ ਉਹਦੇ ਵਿੱਚ ਹਜੇ ਹੋਰ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ। ਜੀ ਰਾਠੀ ਜੁੜੇ ਰਹਿਣਾ। ਤਾਂ ਇਸ ਮਾਮਲੇ ਦੇ ਵਿੱਚ ਚਾਰਜਸ਼ੀਟ ਦਾਇਰ ਹੋ ਗਈ ਹੈ। ਵਿੱਕੀ ਮਿੱਡੂਖੇੜਾ ਕਤਲ ਕੇਸ ਮਾਮਲੇ 'ਚ ਚਾਰਜਸ਼ੀਟ ਦਾਇਰ ਹੋ ਗਈ ਹੈ। ਗੈਂਗਸਟਰ ਭੂਪੀ ਰਾਣਾ ਸਣੇ 6 ਦੇ ਨਾਮ ਨੇ। ਅਗਸਤ 2021 ਦੇ ਵਿੱਚ ਵਿੱਕੀ ਮਿੱਡੂਖੇੜਾ ਯੂਥ ਅਕਾਲੀ ਦਲ ਦੇ ਆਗੂ ਦਾ ਮੋਹਾਲੀ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਧਰ ਸਾਬਕਾ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਵੀ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ। ਮੋਹਾਲੀ ਕੋਰਟ ਦੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਵਿਜੇ ਸਿੰਗਲਾ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ। ਫਿਲਹਾਲ ਵਿਜੇ ਸਿੰਗਲਾ ਜ਼ਮਾਨਤ ਤੇ ਬਾਹਰ ਨੇ। ਕਮਿਸ਼ਨ ਮੰਗਣ ਦੇ ਇਲਜ਼ਾਮ ਦੇ ਵਿੱਚ ਕੈਬਨਿਟ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਫਿਰ ਗ੍ਰਿਫਤਾਰੀ ਹੋਈ ਸੀ। ਫਿਲਹਾਲ ਜ਼ਮਾਨਤ ਤੇ ਬਾਹਰ ਨੇ। ਸਾਬਕਾ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ। ਮੋਹਾਲੀ ਕੋਰਟ ਦੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ। 1% ਕਮਿਸ਼ਨ ਮੰਗਣ ਦੇ ਉਹਨਾਂ ਤੇ ਇਲਜ਼ਾਮ ਲੱਗੇ ਸੀ। ਮਨੋਜ ਰਾਠੀ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ। ਮਨੋਜ, ਕੀ ਕੁਝ ਜਾਣਕਾਰੀ ਇਸ ਚਾਰਜਸ਼ੀਟ ਦੇ ਬਾਰੇ? ਬਿਲਕੁਲ ਅਜਦੀਪ ਇਹਦੇ ਵਿੱਚ ਵੀ ਚਾਰਜਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ। ਇਹਦੇ ਵਿੱਚ ਮਈ 'ਚ ਮਾਮਲਾ ਦਰਜ ਹੋਇਆ ਸੀਗਾ। ਜੇ ਤੁਹਾਨੂੰ ਯਾਦ ਹੋਵੇ ਅਸੀਂ ਖਬਰ ਵੀ ਕੀਤੀ ਸੀ ਕਿ ਇਹਦੇ ਵਿੱਚ ਵਿਜੇ ਸਿੰਗਲਾ ਦੇ ਖਿਲਾਫ ਕਰਪਸ਼ਨ ਦਾ ਜਿਹੜਾ ਚਾਰਜਿਸ ਲੱਗੇ ਸੀਗੇ ਤੇ ਉਹਨਾਂ ਦੀ ਹੀ ਸਰਕਾਰ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਉਹਨਾਂ ਦਾ ਇੱਕ OSG ਹੈ ਪ੍ਰਦੀਪ ਕੁਮਾਰ, ਉਹਦੇ ਵੀ ਖਿਲਾਫ ਜਿਹੜਾ ਉਹ ਮਾਮਲਾ ਦਰਜ ਹੋਇਆ ਸੀ। ਹਾਲਾਂਕਿ ਕੱਲ ਦੇਰ ਸ਼ਾਮ ਇਹ ਚਾਰਜਸ਼ੀਟ ਦਾਖਲ ਕੀਤੀ ਹੈ ਪੁਲਿਸ, ਜਿਹੜੀ ਮੋਹਾਲੀ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਸੀ। DSP ਵਿਕਰਮ ਯਾਦਵ ਉਹਨਾਂ ਨੇ ਇਹ ਚਾਰਜਸ਼ੀਟ ਦਾਖਲ ਕੀਤੀ। ਹਾਲਾਂਕਿ ਹਜੇ ਫਿਲਹਾਲ ਖਾਲੀ ਸਿਰਫ
ਵਿਜੇ ਸਿੰਗਲਾ ਦੇ ਖਿਲਾਫ ਹੀ ਚਾਰਜਸ਼ੀਟ ਦਾਖਲ ਹੋਈ ਹੈ। ਉਹਨਾਂ ਦੇ ਓਐਸਡੀ ਖਿਲਾਫ ਅਜੇ ਸਪਲੀਮੈਂਟਰੀ ਚਲਾਨ ਜਿਹੜਾ ਹੈ ਉਹ ਆਏਗਾ, ਲੇਕਿਨ ਖਾਲੀ ਵਿਜੇ ਸਿੰਗਲਾ ਖਿਲਾਫ ਜਿਹੜੇ ਅੰਡਰ ਸੈਕਸ਼ਨ 7 ਅਤੇ ਅੰਡਰ ਸੈਕਸ਼ਨ 8 ਜਿਹੜਾ ਮਾਮਲਾ ਦਰਜ ਹੋਇਆ ਸੀਗਾ ਉਹਦੇ ਵਿੱਚ ਹੁਣ ਚਾਰਜਸ਼ੀਟ ਜਿਹੜੀ ਹੈ ਉਹ ਦਾਖਲ ਹੋਈ ਹੈ। ਹੁਣ ਚਾਰਜਸ਼ੀਟ ਕਿਸ ਤਰ੍ਹਾਂ ਦੀ ਚੀਜ਼ਾਂ ਇਹ ਹੁਣ ਕੋਰਟ ਦਾ ਜਿਹੜਾ ਵੀ ਪ੍ਰੋਸੈਸ ਹੁੰਦਾ ਅੱਗੇ ਦੀ ਜਿਹੜੀ ਕਾਰਵਾਈ ਹੁੰਦੀ ਹੈ ਉਹ ਹੋਏਗੀ, ਲੇਕਿਨ ਕਹਿ ਸਕਦੇ ਕਿ ਬਹੁਤ ਹੀ ਜਲਦੀ ਮਈ 'ਚ ਇਹ ਸਾਰਾ ਹੋਇਆ ਸੀ ਤੇ ਕੱਲ ਜਿਹੜੀ ਹੈਗੀ ਹੈ ਸਾਰੀ ਚਾਰਜਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਹੈ। ਜੀ ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਸਾਬਕਾ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਵੀ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ। ਵਿਜੇ ਸਿੰਗਲਾ ਇਸ ਵੇਲੇ ਜ਼ਮਾਨਤ ਤੇ ਬਾਹਰ ਨੇ। ਭ੍ਰਿਸ਼ਟਾਚਾਰ ਦੇ ਉਹਨਾਂ ਤੇ ਇਲਜ਼ਾਮ ਲੱਗੇ ਨੇ। ਫਿਲਹਾਲ ਮੋਹਾਲੀ ਕੋਰਟ ਦੇ ਵਿੱਚ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ। ਉਧਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ। ਆਸ਼ੂ ਦੇ ਖਿਲਾਫ ਵਿਜੀਲੈਂਸ ਨੂੰ 18 ਸ਼ਿਕਾਇਤਾਂ ਮਿਲੀਆਂ ਨੇ। ਸਰਕਾਰ ਨੇ ਇਹ ਜਾਣਕਾਰੀ ਹਾਈ ਕੋਰਟ 'ਚ ਦਿੱਤੀ ਹੈ। 18 ਸ਼ਿਕਾਇਤਾਂ ਮਿਲੀਆਂ ਨੇ। ਟੈਂਡਰਸ ਦੇ ਵਿੱਚ ਕਥਿਤ ਗੜਬੜੀ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਨੇ। ਫੂਡ ਸਪਲਾਈ ਮੰਤਰੀ ਰਹਿੰਦਿਆਂ ਗੜਬੜੀ ਦੇ ਇਲਜ਼ਾਮ ਲੱਗੇ ਨੇ। ਦਰਅਸਲ ਵਿਜੀਲੈਂਸ 2000 ਕਰੋੜ ਦੇ ਕਥਿਤ ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਲੈ ਕੇ ਆਸ਼ੂ ਨੇ ਹਾਈ ਕੋਰਟ ਦਾ ਰੁਖ ਕੀਤਾ ਹੋਇਆ ਹੈ ਤੇ ਮੰਗ ਕੀਤੀ ਹੈ ਕਿ ਗ੍ਰਿਫਤਾਰੀ ਜਿਹੀ ਕਾਰਵਾਈ ਤੋਂ ਇੱਕ ਹਫ਼ਤੇ ਪਹਿਲਾਂ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ। ਨਾਲ ਹੀ ਵਿਜੀਲੈਂਸ ਜਾਂਚ ਦੇ ਵਿੱਚ ਸ਼ਾਮਲ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਹਾਈ ਕੋਰਟ ਨੇ ਕੱਲ ਪੰਜਾਬ ਸਰਕਾਰ ਦਾ ਜਵਾਬ ਔਨ ਰਿਕਾਰਡ ਲੈਂਦੇ ਹੋਏ ਅਗਲੀ ਸੁਣਵਾਈ 8 ਅਗਸਤ ਨੂੰ ਤੈਅ ਕੀਤੀ ਹੈ। ਭਾਰਤ ਭੂਸ਼ਣ ਆਸ਼ੂ ਦੇ ਖਿਲਾਫ 18 ਸ਼ਿਕਾਇਤਾਂ ਵਿਜੀਲੈਂਸ ਨੂੰ ਮਿਲੀਆਂ ਨੇ। ਇਹ ਜਾਣਕਾਰੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਿੱਤੀ ਹੈ। ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ। ਫੂਡ ਸਪਲਾਈ ਮੰਤਰੀ ਰਹਿੰਦਿਆਂ ਟੈਂਡਰਸ ਦੇ ਵਿੱਚ ਗੜਬੜੀ ਦੇ ਇਲਜ਼ਾਮ ਨੇ। ਉਧਰ ਸੋਨੀਆ ਗਾਂਧੀ ਦੀ ਅੱਜ ਫਿਰ ਤੋਂ ਈਡੀ ਦੇ ਸਾਹਮਣੇ ਪੇਸ਼ੀ ਹੈ। ਨੈਸ਼ਨਲ ਹੈਰਲਡ ਕੇਸ ਦੇ ਵਿੱਚ ਈਡੀ ਪੁੱਛਗਿੱਛ ਕਰੇਗੀ। ਪਿਛਲੇ ਹਫ਼ਤੇ ਕਰੀਬ 2 ਘੰਟੇ ਤੱਕ ਪੁੱਛਗਿੱਛ ਹੋਈ ਸੀ। ਈਡੀ ਦੀ ਕਾਰਵਾਈ ਖਿਲਾਫ ਦੇਸ਼ ਭਰ ਦੇ ਵਿੱਚ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਏਗਾ। ਕਾਂਗਰਸ ਦੇਸ਼ ਭਰ 'ਚ ਸੱਤਿਆਗ੍ਰਹਿ ਕਰੇਗੀ। ਪੰਜਾਬ ਕਾਂਗਰਸ ਵੀ ਆਪਣਾ ਵਿਰੋਧ ਪ੍ਰਦਰਸ਼ਨ ਦਰਜ ਕਰਾਏਗੀ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਹੋਏਗਾ। ਅੱਜ ਫਿਰ ਤੋਂ ਸੋਨੀਆ ਗਾਂਧੀ ਤੋਂ ਈਡੀ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਵੀ 2 ਘੰਟੇ ਤੱਕ ਪਿਛਲੇ ਹਫ਼ਤੇ ਪੁੱਛਗਿੱਛ ਉਹਨਾਂ ਤੋਂ ਹੋਈ ਸੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੋਂ ਲਗਾਤਾਰ ਪੁੱਛਗਿੱਛ ਹੁੰਦੀ ਰਹੀ ਹੈ ਤੇ ਅੱਜ ਫਿਰ ਤੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਤੇ ਇਸ ਦੇ ਵਿਰੋਧ ਦੇ ਵਿੱਚ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਏਗਾ। ਉਧਰ ਪੰਜਾਬ ਨੇ ਕੇਂਦਰ ਤੋਂ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਦੇ 1760 ਕਰੋੜ ਮੰਗੇ ਨੇ। ਸੀਐਮ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ 1760 ਕਰੋੜ ਦਾ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਆਰਡੀਐਫ ਸੋਧ ਬਿੱਲ ਨੂੰ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ। ਪੁਰਾਣੇ ਐਕਟ ਕਰਕੇ ਕੇਂਦਰ ਨੇ ਇਹ ਫੰਡ ਰੋਕਿਆ ਸੀ ਤੇ ਹੁਣ ਸੀਐਮ ਭਗਵੰਤ ਮਾਨ ਨੇ ਪਿਛਲੀਆਂ 2 ਫਸਲਾਂ ਦਾ ਬਣਦਾ 1760 ਕਰੋੜ ਦਾ ਆਰਡੀਐਫ ਜਾਰੀ ਕਰਨ ਲਈ ਕੇਂਦਰ ਨੂੰ ਚਿੱਠੀ ਲਿਖੀ ਹੈ। ਵਿਧਾਨ ਸਭਾ ਸੈਸ਼ਨ ਦੌਰਾਨ 30 ਜੂਨ ਨੂੰ ਆਰਡੀਐਫ ਐਕਟ 'ਚ ਸੋਧ ਬਿੱਲ ਪਾਸ ਕੀਤਾ ਗਿਆ ਸੀ। ਦਰਅਸਲ ਕੇਂਦਰ ਨੇ ਇਤਰਾਜ਼ ਜਤਾਇਆ ਸੀ ਕਿ ਆਰਡੀਐਫ ਦਾ ਪੈਸਾ ਕਿਸਾਨਾਂ ਦੀ ਕਰਜ਼ ਮਾਫੀ, ਸਮਾਰਟ ਸਕੂਲ ਬਣਾਉਣ ਅਤੇ ਹਸਪਤਾਲ ਬਣਾਉਣ ਤੇ ਖਰਚਿਆ ਜਾ ਰਿਹਾ ਹੈ। ਕੇਂਦਰ ਦੇ ਇਤਰਾਜ਼ ਤੋਂ ਬਾਅਦ ਪੰਜਾਬ ਸਰਕਾਰ ਐਕਟ 'ਚ ਸੋਧ ਕਰਨ ਲਈ ਤਿਆਰ ਹੋਈ ਸੀ। ਇਹ ਸੋਧ ਬਿੱਲ ਪਾਸ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਰੋਕਿਆ ਹੋਇਆ ਫੰਡ ਹੈ 1760 ਕਰੋੜ ਦਾ ਫੰਡ ਹੈ ਉਹ ਜਾਰੀ ਕਰਨ ਦੀ ਮੰਗ ਕੀਤੀ ਹੈ। ਪੰਕਜ ਕਪਾਈ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਪੰਕਜ, ਕੀ ਕੁਝ ਜਾਣਕਾਰੀ? 1760 ਕਰੋੜ ਦਾ ਫੰਡ ਰੁਕਿਆ ਹੋਇਆ ਸੀ, ਹੁਣ ਸੋਧ ਬਿੱਲ ਪਾਸ ਹੋ ਚੁੱਕਿਆ ਹੈ, ਤਾਂ ਕੀ ਉਮੀਦ ਲੱਗਦੀ ਹੈ ਕਿ ਫੰਡ ਕਦੋਂ ਤੱਕ ਜਾਰੀ ਹੋਏਗਾ? ਦੇਖੋ, ਪੰਜਾਬ ਸਰਕਾਰ ਨੂੰ ਉਮੀਦ ਹੈ ਕਿਉਂਕਿ ਇਸ ਐਕਟ ਦੇ ਵਿੱਚ ਸੰਸ਼ੋਧਨ ਕਰ ਲਿੱਤਾ ਗਿਆ, ਰਾਜਪਾਲ ਨੇ ਵੀ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਹੈ, ਤਾਂ ਜਲਦ ਇਹ 1760 ਕਰੋੜ ਰੁਪਏ ਜਿਹੜਾ ਵਾ ਉਹ ਪੰਜਾਬ ਨੂੰ ਕੇਂਦਰ ਸਰਕਾਰ ਜਾਰੀ ਕਰੇਗਾ। ਕਿਉਂਕਿ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਇਹ ਇਸ ਕਰਕੇ ਹੁੰਦਾ ਹੈ ਤਾਂ ਕਿ ਜਿਹੜਾ ਮੰਡੀਆਂ ਦਾ ਵਿਕਾਸ ਹੋ ਸਕੇ, ਡਿਵੈਲਪਮੈਂਟ ਹੋ ਸਕੇ। ਲੇਕਿਨ ਇਹ ਕਿਹਾ ਜਾ ਰਿਹਾ ਸੀਗਾ ਕਿ ਪੁਰਾਣੀਆਂ ਸਰਕਾਰਾਂ ਦੇ ਵੇਲੇ ਇਸ ਦੀ ਦੁਰਵਰਤੋਂ ਹੋਈ ਹੈ, ਦੂਸਰੀ ਜਗ੍ਹਾ ਦੇ ਉੱਤੇ ਇਸ ਦਾ ਇਸਤੇਮਾਲ ਜਿਹੜਾ ਇਹ ਫੰਡ ਦਾ ਹੁੰਦਾ ਸੀਗਾ ਔਰ ਇਸ ਵਜ੍ਹਾ ਕਰਕੇ ਕੇਂਦਰ ਸਰਕਾਰ ਨੇ ਇਹ ਪੈਸਾ ਰੋਕ ਲਿੱਤਾ ਸੀ ਤਾਂ ਕਿ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਵਾ ਉਹ ਸਹੀ ਪਾਸੇ ਹੀ ਇਸਤੇਮਾਲ ਹੋ ਸਕੇ। ਲੇਕਿਨ ਹੁਣ ਇਸ ਸੋਧ ਦੇ ਵਿੱਚ ਇਸ ਐਕਟ ਦੇ ਵਿੱਚ ਸੰਸ਼ੋਧਨ ਕਰਨ ਤੋਂ ਬਾਅਦ ਹੁਣ ਇਹ ਫਾਈਲ ਰਾਜਪਾਲ ਵੱਲੋਂ ਵੀ ਕਲੀਅਰ ਹੋ ਗਈ ਹੈ, ਤਾਂ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 1760 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਲਦ ਜਾਰੀ ਹੋ ਸਕਦੀ ਹੈ। ਜੀ ਸ਼ੁਕਰੀਆ ਪੰਕਜ ਪੂਰੀ ਜਾਣਕਾਰੀ ਦੇ ਲਈ। ਤਾਂ ਜਲਦ ਇਹ ਰਾਸ਼ੀ ਜਾਰੀ ਹੋ ਸਕਦੀ ਹੈ, ਇਸ ਦੇ ਲਈ ਕੇਂਦਰੀ ਮੰਤਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਲਿਖੀ ਹੈ। ਬਿੱਲ ਦੇ ਵਿੱਚ ਜਿਹੜਾ ਐਕਟ ਹੈ ਉਸ ਦੇ ਵਿੱਚ ਸੋਧ ਦੇ ਲਈ ਬਿੱਲ ਪਾਸ ਕੀਤਾ ਗਿਆ ਹੈ, ਮਨਜ਼ੂਰੀ ਗਵਰਨਰ ਨੇ ਵੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਤੇ ਇਹ 1760 ਕਰੋੜ ਦਾ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ।
ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲਣਗੇ। ਬੁੱਢੇ ਨਾਲੇ ਨੂੰ ਲੈ ਕੇ ਮੁਲਾਕਾਤ ਹੋਣ ਜਾ ਰਹੀ ਹੈ। ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ। ਅੱਜ ਸ਼ਾਮ 4:30 ਵਜੇ ਦਿੱਲੀ 'ਚ ਮੁਲਾਕਾਤ ਹੋਏਗੀ। ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ, ਇੰਡਸਟਰੀ ਤੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਗੱਲਬਾਤ ਹੋਏਗੀ। ਇੰਡਸਟਰੀ ਤੇ ਸੀਵਰੇਜ ਦੇ ਪਾਣੀ ਦੇ ਕਾਰਨ ਬੁੱਢਾ ਨਾਲਾ ਗੰਦਾ ਹੋ ਰਿਹਾ ਹੈ। ਰਾਜਸਥਾਨ ਦੇ ਲੋਕਾਂ ਨੂੰ ਵੀ ਇਸ ਦਾ ਨੁਕਸਾਨ ਹੋ ਰਿਹਾ ਹੈ। ਬੁੱਢੇ ਨਾਲੇ ਨੂੰ ਲੈ ਕੇ ਬਹੁਤ ਸਾਰੇ ਲੋਕ ਲਗਾਤਾਰ ਪ੍ਰਦਰਸ਼ਨ ਵੀ ਕਰਦੇ ਰਹੇ ਨੇ, ਇਹ ਮੁੱਦਾ ਚੁੱਕਦੇ ਰਹੇ ਨੇ ਤੇ ਹੁਣ ਬੁੱਢੇ ਨਾਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਅੱਜ ਮਿਲਣਗੇ। ਸ਼ਾਮ 4:30 ਵਜੇ ਮੁਲਾਕਾਤ ਹੋਏਗੀ। ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ ਗੱਲਬਾਤ ਕੀਤੀ ਜਾਏਗੀ। ਇੰਡਸਟਰੀ ਤੇ ਸੀਵਰੇਜ ਦੇ ਪਾਣੀ ਦੇ ਕਾਰਨ ਬੁੱਢਾ ਨਾਲਾ ਗੰਦਲਾ ਹੋ ਰਿਹਾ ਹੈ, ਜਿਸ ਦੀ ਸਾਫ਼ ਸਫਾਈ ਨੂੰ ਲੈ ਕੇ ਮੁਲਾਕਾਤ ਹੋਏਗੀ। ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ ਮੁੱਖ ਮੰਤਰੀ ਅੱਜ ਇਹ ਮੁਲਾਕਾਤ ਕਰਨ ਜਾ ਰਹੇ ਨੇ। ਲਗਾਤਾਰ ਲੋਕਾਂ ਦੇ ਵੱਲੋਂ ਵੀ ਇਹ ਮੰਗ ਚੁੱਕੀ ਜਾ ਰਹੀ ਹੈ। ਬੁੱਢੇ ਨਾਲੇ ਦੀ ਸਾਫ਼ ਸਫਾਈ ਦੀ ਮੰਗ ਚੁੱਕੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਇਸ ਨੂੰ ਲੈ ਕੇ ਵੱਡੇ ਪ੍ਰਦਰਸ਼ਨ ਵੀ ਹੋਏ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ ਅੱਜ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਦੇ ਨਾਲ ਮੁਲਾਕਾਤ ਕਰਨਗੇ, ਮੁੱਦਾ ਚੁੱਕਣਗੇ। ਇੰਡਸਟਰੀ ਤੇ ਸੀਵਰੇਜ ਦੇ ਪਾਣੀ ਦੇ ਕਾਰਨ ਇਹ ਬੁੱਢਾ ਨਾਲਾ ਗੰਦਲਾ ਹੋ ਰਿਹਾ। ਪਹਿਲਾਂ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੋਂ ਬਿਲਕੁਲ ਕਾਲਾ ਬੁੱਢਾ ਨਾਲਾ ਨਜ਼ਰ ਆਉਂਦਾ ਹੈ। ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿੰਨਾ ਪ੍ਰਦੂਸ਼ਣ ਬੁੱਢੇ ਨਾਲੇ ਦੇ ਵਿੱਚ ਜਾਂਦਾ ਹੈ। ਉਸ ਨੂੰ ਲੈ ਕੇ ਵਾਰ-ਵਾਰ ਸਵਾਲ ਖੜੇ ਹੁੰਦੇ ਰਹੇ ਨੇ ਤੇ ਅੱਜ ਇਹ ਮਸਲਾ ਮੁੱਖ ਮੰਤਰੀ ਕੇਂਦਰੀ ਜਲ ਸਰੋਤ ਮੰਤਰੀ ਕੋਲ ਚੁੱਕਣਗੇ। ਉਧਰ ਗੁਰਦੁਆਰਿਆਂ ਦੇ ਵਿੱਚ ਬੰਦੀ ਸਿੱਖਾਂ ਦੇ ਪੋਸਟਰ ਲਗਾਉਣ ਦੇ ਫੈਸਲੇ ਤੇ ਘਮਸਾਨ ਛਿੜਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਕਰੜਾ ਵਿਰੋਧ ਜਤਾਇਆ। ਕਿਹਾ ਕਿ ਅੱਤਵਾਦ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕੀ ਜਵਾਬ ਦਿਓਗੇ। ਪੰਜਾਬ ਦੇ ਵਿੱਚ ਮੁੜ ਅੱਗ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਜੇ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਕੀ ਉਹ ਬੰਦੀਆਂ ਨੂੰ ਛੁਡਾਉਣ ਦੀ ਮੰਗ ਕਰਦੇ, ਇਹ ਸਵਾਲ ਕੀਤੇ ਹੈ ਰਵਨੀਤ ਬਿੱਟੂ ਨੇ। ਉਧਰ ਦੂਸਰੇ ਪਾਸੇ MS ਬਿੱਟਾ ਨੇ ਤੰਜ ਕੀਤਾ ਹੈ, ਕਿਹਾ ਹੈ ਕਿ ਪੋਸਟਰ ਜ਼ਰੂਰ ਲਗਾਓ ਪਰ ਉੱਤੇ ਲਿਖੋ ਮੌਤ ਦੇ ਸੌਦਾਗਰ। ਪੋਸਟਰ ਲਗਾਓ ਪਰ ਉੱਤੇ ਲਿਖੋ ਮੌਤ ਦੇ ਸੌਦਾਗਰ, ਇਹ MS ਬਿੱਟਾ ਦਾ ਬਿਆਨ ਹੈ। ਰਵਨੀਤ ਬਿੱਟੂ ਤੇ MS ਬਿੱਟਾ ਦੋਵਾਂ ਨੇ ਸਵਾਲ ਚੁੱਕੇ ਨੇ। ਦਰਅਸਲ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਗੁਰਦੁਆਰਿਆਂ ਦੇ ਉੱਤੇ ਜਿਹੜੇ SGPC ਦੀਆਂ ਜਿਹੜੀਆਂ ਸੰਸਥਾਵਾਂ ਨੇ ਉੱਥੇ ਬੰਦੀ ਸਿੱਖਾਂ ਦੀਆਂ ਤਸਵੀਰਾਂ ਲਗਾਓ। ਬੰਦੀ ਸਿੱਖਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਹੁਣ ਜਦੋਂ ਇਹ ਫੈਸਲਾ SGPC ਨੇ ਲਿਆ ਹੈ ਕਿ ਗੁਰਦੁਆਰਿਆਂ 'ਚ ਤਸਵੀਰਾਂ ਲਗਾਈਆਂ ਜਾਣਗੀਆਂ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਰਵਨੀਤ ਬਿੱਟੂ ਤੇ MS ਬਿੱਟਾ ਨੇ ਸਵਾਲ ਚੁੱਕੇ ਨੇ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅੱਤਵਾਦ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕੀ ਜਵਾਬ ਦਿਓਗੇ। ਦੂਸਰੇ ਪਾਸੇ ਬਿੱਟਾ ਦਾ ਕਹਿਣਾ ਹੈ ਕਿ ਪੋਸਟਰ ਜ਼ਰੂਰ ਲਗਾਓ ਲੇਕਿਨ ਉੱਤੇ ਲਿਖੋ ਮੌਤ ਦੇ ਸੌਦਾਗਰ। ਪਤਾ ਨਹੀਂ ਇਹ ਖੂਨ ਦੇ ਪਿਆਸੇ ਹੋ ਗਏ ਜਾਂ ਇਹ ਲੋਕਾਂ ਨੂੰ AK-47 ਬੰਦ ਉਹਨਾਂ ਦੇ ਹੱਥਾਂ 'ਚ ਨੌਜਵਾਨ ਪੀੜ੍ਹੀ ਤੇ ਚੁਕਾਉਣਾ ਚਾਹੁੰਦੇ। ਦੇਖੋ ਸਹੀ ਜਿਹੜਾ ਇਹਨਾਂ ਨੇ ਅੱਜ ਪੋਸਟਰ ਜਾਰੀ ਕੀਤਾ, ਜਿਹੜਾ ਤੁਸੀਂ ਸਾਰੇ ਮੀਡੀਆ 'ਚ ਦਿਖਾਇਆ ਏ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇੰਨੇ ਖੂਨਖਾਰ ਬੰਦੇ ਜਿਨ੍ਹਾਂ ਦੀਆਂ ਇਹ ਤਸਵੀਰਾਂ ਇਹ ਦੇਖੋ ਵੀ ਇਹ ਕਿੰਨੇ ਲੋਕਾਂ ਦੇ ਇਹਨਾਂ ਦੇ ਹੱਥ ਖੂਨ ਨਾਲ ਲਿਬੜੇ ਹੋਏ। ਇਹਨਾਂ ਦੀਆਂ ਸਜ਼ਾਵਾਂ ਵੀ ਲਿਖੀਆਂ ਥੱਲੇ। ਜੇਲ੍ਹ 'ਚ ਇਹਨਾਂ ਤੋਂ ਬੈਠਿਆਂ ਤੋਂ ਡਰ ਲੱਗਦਾ। ਹਰਮੰਦਰ ਸਾਹਿਬ ਹਿੰਦੂ, ਮੁਸਲਮਾਨ, ਸਿੱਖ, ਈਸਾਈ ਹਰ ਧਰਮ ਹਰ ਮਜ਼ਹਬ ਦਾ ਵਿਅਕਤੀ ਨਮਸਤਕ ਕਰਦਾ ਹੈ। ਕੋਈ ਇਹੋ ਜਿਹਾ ਮਜ਼ਹਬ ਨਹੀਂ ਜਿਹੜਾ ਉੱਥੇ ਨਮਸਤਕ ਨਹੀਂ ਕਰਦਾ। ਮੈਂ ਉਹਨਾਂ ਨੂੰ ਪੁੱਛਣਾ, ਇਹ ਮੌਤ ਦੇ ਉੱਤੇ ਲਿਖੋ, ਜੇ ਤੁਸੀਂ ਲਾਉਣੇ ਆ ਨਾ ਪੋਸਟਰ ਲਾਓ, ਉੱਤੇ ਲਿਖੋ ਮੌਤ ਦੇ ਸੌਦਾਗਰ, ਜਿਨ੍ਹਾਂ ਨੇ ਮਾਵਾਂ ਭੈਣਾਂ ਧੀਆਂ ਸਭ ਦੇ ਸੁਹਾਗ ਉਜਾੜੇ, ਬੱਚਿਆਂ ਨੂੰ ਯਤੀਮ ਕੀਤਾ, ਮਾਰ ਕੇ ਉਹਨਾਂ ਦੀਆਂ ਖੂਨ ਦੇ ਨਾਲ ਉਹਨਾਂ ਦੀਆਂ ਨਦੀਆਂ ਤੁਸੀਂ ਕਰਵਾਤੀਆਂ। ਇਹ ਲਿਖੋ, ਲਾਈਨਾਂ ਤੇ ਲਾ ਦਿਓ। ਮੈਂ ਤਾਂ ਕਹਿੰਦਾ ਲਾਓ, ਪਰ ਉੱਤੇ ਲਿਖੋ ਇਹ ਮੌਤ ਦੇ ਸੌਦਾਗਰ ਨੇ। ਅਸੀਂ ਕਹਿੰਦੇ ਹਾਂ ਲਾਓ, ਲੋਕਾਂ ਨੂੰ ਪਤਾ ਲੱਗੇ ਮੌਤ ਦੇ ਸੌਦਾਗਰ ਹਰਿਮੰਦਰ ਸਾਹਿਬ ਦੇ ਅੰਦਰ ਵੜਨ ਤੋਂ ਪਹਿਲਾਂ, ਨਮਸਤਕ ਹੋਣ ਤੋਂ ਪਹਿਲਾਂ ਇਹ ਲੋਕ ਦੇਖਣ ਕਿ ਮੌਤ ਦੇ ਸੌਦਾਗਰਾਂ ਲਈ ਸਾਡਾ ਚੜਾਇਆ ਹੋਇਆ ਉੱਥੇ ਪੈਸਾ ਲੰਗਰ ਲਈ, ਮਾਨਵਤਾ ਲਈ, ਐਜੂਕੇਸ਼ਨ ਲਈ, ਸੇਵਾ ਲਈ, ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਜਿਹੜਾ ਅਸੀਂ ਪੈਸਾ ਆਪਣੀ 10 ਨੌਹਾਂ ਦੀਆਂ ਕਮਾਈਆਂ ਨਾਲ ਜਿਹੜਾ ਉੱਥੇ ਦਿੰਦੇ ਆ ਨਮਸਤਕ ਹੋ ਕੇ, ਉਹ ਪੈਸਾ ਮੌਤ ਦੇ ਸੌਦਾਗਰਾਂ ਲਈ ਲਾਇਆ ਜਾਏ।